ਜਦੋਂ ਸਿੱਖ ਦੀ ਨਿਸ਼ਕਾਮ ਅਵਸਥਾ ਨੂੰ ਭਾਈ ਗੁਰਦਾਸ ਆਊਟਲਾਈਨ ਕਰਦੇ ਨੇ ਤਾਂ ਪਹਿਲੀ ਲਾਈਨ ਬੋਲਦੇ ਨੇ, ਹਉ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲ ਆਪ ਗਵਾਇਆ। ਜਿਨ੍ਹਾਂ ਨੇ ਆਪਣਾ ਆਪ ਗਵਾਇਆ, ਮਤਲਬ ਜਿਹੜੇ ਈਗੋ ਤੋਂ ਮੁਕਤ ਹੋ ਗਏ, ਜਿਹੜੇ ਇਸ ਗੱਲ ਤੋਂ ਰਹਿਤ ਹੋ ਗਏ ਕਿ ਮੈਂ ਕੁਝ ਕੀਤਾ ਹੈ। ਉਹ ਸਾਰਾ ਕੁਝ ਜੋ ਸਹੀ ਹੈ, ਜਿਸ ਤਰੀਕੇ ਨਾਲ ਵੀ ਆ, ਜੋ ਵੀ ਉਹ ਕਰ ਰਹੇ ਨੇ, ਉਹ ਸਭ ਕੁਝ ਉਹ ਤੂੰ ਹੀ ਦੀ ਫਿਲੋਸਫੀ ਦੇ ਉੱਤੇ ਆ ਗਏ। ਉਹ ਇਸ ਗੱਲ ਦੇ ਵਿੱਚ ਰਹੇ ਹੀ ਨਹੀਂ ਕਿ ਮੈਂ ਵੀ ਕੁਛ ਹਾਂ। ਜਦੋਂ ਮੈਂ ਤੂੰ ਹੋ ਗਿਆ ਉਦੋਂ ਸਭ ਕੁਝ ਹੋ ਗਿਆ। ਸੋ ਉਹ ਉਸ ਫਿਲੋਸਫੀ ਦੇ ਉੱਤੇ ਉਹ ਆ ਗਏ। ਉਹਨਾਂ ਨੇ ਆਪਣੀ ਕਮਾਈ ਇੰਨੀ ਕਰ ਲਈ ਕਿ ਉਹਨਾਂ ਨੇ ਸਤਿਗੁਰੂ ਨੂੰ ਮਿਲ ਕੇ ਆਪਣਾ ਆਪ ਜਿਹੜਾ ਹੈ ਉਹ ਗਵਾ ਦਿੱਤਾ ਹੈ। ਹੁਣ ਇਹ ਗੱਲ ਹੈਗੀ ਆ ਜਿਹੜੀ ਪਹਿਲੀ ਆਪਾਂ ਗੱਲ ਕੀਤੀ ਸੀ ਕਿ ਸਿੱਖ ਦੀ ਨਿਸ਼ਕਾਮ ਅਵਸਥਾ। ਸੋ ਜਦੋਂ ਸਿੱਖ ਦੀ ਨਿਸ਼ਕਾਮ ਅਵਸਥਾ ਹੋਊਗੀ, ਫਸਟ ਲਿਸਟ ਦੇ ਵਿੱਚ ਜਿਹੜੀ ਚੈੱਕ ਹੋਣਾ ਆ ਉਹ ਹੋਣਾ ਹੈ ਕਿ ਸਾਡੀ ਈਗੋ ਖਤਮ ਹੋਵੇ। ਹੁਣ ਇਹ ਕੁਆਲਿਟੀ ਕਿਉਂ ਜ਼ਰੂਰੀ ਹੈ ਸਿੱਖੀ ਦੇ ਵਿੱਚ ਪ੍ਰਵੇਸ਼ ਕਰਨ ਨੂੰ? ਉਹਦੀ ਅੱਗੇ ਗੱਲ ਇਹ ਹੈ ਕਿ ਜੇਕਰ ਕਿਸੇ ਵਿੱਚ ਈਗੋ ਹੈ ਤਾਂ ਉਸ ਵਿੱਚ ਸਭ ਤੋਂ ਵੱਡਾ ਬਣਨ ਦੀ ਇੱਛਾ ਵੀ ਨਾਲ ਚੱਲਦੀ ਰਹੂਗੀ। ਸਭ ਤੋਂ ਵੱਡਾ ਬਣਨ ਦੀ ਉਹਦੀ ਇਹ ਹੁੰਦੀ ਰਹੂਗੀ ਕਿਉਂਕਿ ਉਹ ਈਗੋ ਹੈ, ਉਹਦੇ ਵਿੱਚ ਮੈਂ ਹੈ ਕਿ ਮੈਂ ਸਭ, ਮੇਰੇ ਬੱਚੇ, ਮੇਰਾ ਸੰਸਾਰ, ਮੇਰੀ ਕਮਿਊਨਿਟੀ, ਮੈਂ ਜਿਹੜੀ ਮੈਂ ਵਾਲੀ ਗੱਲ ਹੈ ਨਾ ਉਹਦੇ 'ਚ ਕਿਤੇ ਨਾ ਕਿਤੇ ਹੰਕਾਰ ਲੈ ਕੇ ਆਊਗੀ। ਜਦੋਂ ਹੰਕਾਰ ਆਊਗਾ ਤਾਂ ਫਿਰ ਗੁਰੂ ਮਹਾਰਾਜ ਦੀ ਜਿਹੜੀ ਸਾਡੀ ਇੱਕ ਉਹਨਾਂ ਨੇ ਸਾਨੂੰ ਫਿਲੋਸਫੀ ਦਿੱਤੀ ਹੈ, ਨਿਰਵੈਰ ਨਿਰਭਉ, ਉਹ ਨਹੀਂ ਕਰ ਸਕਦਾ। ਉਹਦਾ ਅੱਗੇ ਭਾਈ ਗੁਰਦਾਸ ਦੱਸਦੇ ਨੇ, ਹਉ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ। ਇਸ ਗੱਲ ਨੂੰ ਆਪਾਂ ਸਮਝ ਲਈਏ, ਦੋ ਚੀਜ਼ਾਂ ਨੂੰ ਹੀ ਸਮਝ ਲਈਏ। ਜਦੋਂ ਬੰਦੇ ਦੇ ਵਿੱਚ ਈਗੋ ਹੈ, ਜਦੋਂ ਕਿਸੇ ਵਿੱਚ ਵੀ ਜਦੋਂ ਉਹ ਇਹ ਸੋਚਦਾ ਹੈ ਕਿ ਮੈਂ ਕੀਤਾ, ਮੈਂ ਕਰ ਰਿਹਾ ਔਰ ਮੈਂ ਹੀ ਕਰਨਾ ਹੈ, ਤਾਂ ਉਦੋਂ ਉਹ ਕਿਤੇ ਨਾ ਕਿਤੇ ਆਪਣੇ ਸਤਿਗੁਰੂ ਨੂੰ ਛੱਡ ਜਾਂਦਾ। ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਕਿ ਜਦੋਂ ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਕਰੇ ਕਰਾਏ ਆਪੇ ਆਪ, ਤਾਂ ਬਹੁਤ ਲੋਕ ਕਹਿੰਦੇ ਨੇ ਕਿ ਮਾੜਾ ਕੰਮ ਵੀ ਹੁੰਦਾ, ਫਿਰ ਉਹ ਨਹੀਂ ਕਰੇ ਕਰਾਏ ਆਪੇ ਆਪ। ਬਹੁਤ ਲੋਕਾਂ ਦੇ ਸਵਾਲ ਹੁੰਦੇ ਨੇ ਕਿ ਜੇ ਪਰਮਾਤਮਾ ਹੀ ਸਾਰਾ ਕੁਝ ਕਰ ਰਿਹਾ ਹੈ, ਜਾਂ ਜਿਸ ਨੂੰ ਤੁਸੀਂ ਰੱਬ ਕਹਿੰਦੇ ਆ, ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਜੇ ਉਹੀ ਸਾਰਾ ਕੁਝ ਕਰ ਰਿਹਾ ਫਿਰ ਮਾੜੇ ਕੰਮ ਕਿੱਦਾਂ ਹੋ ਰਹੇ ਨੇ? ਤਾਂ ਇਸ ਦਾ ਜਵਾਬ ਮੈਂ ਇੱਕ ਵਾਰੀ ਪਹਿਲਾਂ ਵੀ ਦਿੱਤਾ ਸੀਗਾ, ਡਾਇਰੈਕਟ ਨਹੀਂ ਬਟ ਇਨਡਾਇਰੈਕਟ ਮੈਂ ਜਵਾਬ ਇਸ ਗੱਲ ਦਾ ਜ਼ਰੂਰ ਦਿੱਤਾ ਸੀ ਕਿ ਜਦੋਂ ਸਾਨੂੰ ਗੁਰੂ ਮਹਾਰਾਜ ਨੇ ਕਿਹਾ ਕਿ ਵਿਵੇਕਤਾ ਦੇ ਨਾਲ, ਤੁਹਾਡੇ ਨਾਲ ਵਿਵੇਕ ਬੁੱਧੀ ਦਾ, ਕਿਉਂਕਿ ਸਾਨੂੰ ਪਹਿਲਾਂ ਹੀ ਜਿਹੜਾ ਸਿਧਾਂਤ ਗੁਰੂ ਮਹਾਰਾਜ ਦਿੰਦੇ ਨੇ, ਗੁਰੂ ਨਾਨਕ ਪਾਤਸ਼ਾਹ, ਉਹ ਵਿਵੇਕ ਬੁੱਧੀ ਦਾ ਦਿੰਦੇ ਨੇ। ਸਭ ਬੇਸ਼ੱਕ ਜੋ ਕਰ ਰਿਹਾ ਉਹ ਕਰ ਰਿਹਾ, ਪਰ ਨਾਲ ਉਹਨੇ ਸਾਨੂੰ ਵਿਵੇਕ ਬੁੱਧੀ ਦਿੱਤੀ ਹੈ। ਔਰ ਵਿਵੇਕ ਬੁੱਧੀ ਸਾਡੀ ਉਦੋਂ ਵਰਤੀ ਜਾਂਦੀ ਹੈ ਜਦੋਂ ਅਸੀਂ ਆਪਣੇ ਸਤਿਗੁਰੂ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਾਂ, ਜਦੋਂ ਇਹ ਮੰਨ ਕੇ ਚੱਲਦੇ ਹਾਂ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਇਹ ਸਿਰਫ ਗੱਲ ਕਰਨ ਜੋਗੀ ਗੱਲ ਨਹੀਂ ਹੈ, ਸਿਰਫ ਇਹ ਨਹੀਂ ਕਿ ਮੈਂ ਬੋਲ ਦਿੱਤਾ ਅਤੇ ਰਟਿਆ ਰਟਾਈ ਗੱਲ ਅੱਗੇ ਚੱਲ ਪਈ, ਇਹ ਨਹੀਂ ਹੈ। ਜਦੋਂ ਮੈਂ ਇਸ ਚੀਜ਼ ਨੂੰ ਮੰਨ ਕੇ ਚੱਲੂੰਗੀ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਅਤੇ ਦੂਸਰੀ ਗੱਲ ਮੈਂ ਇਹ ਮੰਨੂੰਗੀ ਕਿ ਜੋ ਵੀ ਕਰ ਰਿਹਾ ਉਹ ਖੁਦ ਆਪ ਕਰ ਰਿਹਾ, ਕਰੇ ਕਰਾਏ ਆਪੇ ਆਪ। ਜਦੋਂ ਇਹ ਗੱਲ ਮੇਰੇ ਅੰਦਰ ਵਸੂਗੀ, ਜਦੋਂ ਮੈਂ ਇਸ ਨੂੰ ਸਮਝ ਜਾਊਂਗੀ, ਤਾਂ ਮੇਰੇ ਹੱਥ ਕਦੀ ਵੀ ਕੋਈ ਗਲਤ ਕੰਮ ਕਰਨਗੇ ਹੀ ਨਹੀਂ। ਕਿਉਂਕਿ ਜਦੋਂ ਮੈਂ ਕੁਝ ਕਰਨ ਲੱਗੂੰਗੀ, ਮੈਨੂੰ ਲੱਗੂਗਾ ਕਿ ਮੇਰੇ ਪਾਤਸ਼ਾਹ ਮੈਨੂੰ ਦੇਖ ਰਹੇ ਨੇ, ਅਤੇ ਜੇ ਉਹ ਮੈਨੂੰ ਦੇਖ ਰਹੇ ਨੇ, ਜੇ ਉਹਨਾਂ ਦੇ ਹੁਕਮ ਨਾਲ ਸਾਰਾ ਕੁਝ ਹੋ ਰਿਹਾ, ਮੈਂ ਐਗਜ਼ਿਸਟ ਨਹੀਂ ਕਰਦੀ, ਤਾਂ ਮੈਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਾਂ ਸਾਰੇ ਜਿਹੜਾ ਵੀ ਇਹ ਸੋਚੂਗਾ ਕਿ ਮੈਂ ਤਾਂ ਹੈ ਹੀ ਨਹੀਂ, ਸਭ ਪਰਮਾਤਮਾ, ਸਭ ਮੇਰੇ ਸਤਿਗੁਰੂ ਨੇ ਹੀ ਕਰਨਾ ਹੈ ਜੋ ਕਰ ਰਿਹਾ, ਤਾਂ ਮੈਂ ਕਦੀ ਵੀ ਚੋਰੀ ਨਹੀਂ ਕਰ ਸਕਦੀ, ਮੈਂ ਕਦੀ ਵੀ ਕੋਈ ਗਲਤ ਕੰਮ ਨਹੀਂ ਕਰ ਸਕਦੀ। ਕਿਉਂਕਿ ਜਿਹੜੀ ਮੇਰੀ ਕੰਸਾਇੰਸ ਹੈ ਉਹ ਮੈਨੂੰ ਉਦੋਂ ਹੀ ਝੰਜੋੜੂਗੀ ਕਿ ਤੇਰਾ ਸਤਿਗੁਰੂ ਇਹ ਕੰਮ ਨਹੀਂ ਕਰ ਸਕਦਾ, ਤੇਰੇ ਗੁਰੂ ਪਾਤਸ਼ਾਹ ਇਹ ਕੰਮ ਨਹੀਂ ਕਰ ਸਕਦੇ। ਉਦੋਂ ਫਿਰ ਉਸ ਸਮੇਂ, ਕਿਉਂਕਿ ਉਹ ਵਿਵੇਕ ਬੁੱਧੀ ਤੁਹਾਡੀ ਨਾਲ ਆ ਗਈ ਨਾ, ਤਾਂ ਉਸ ਸਮੇਂ ਆਪਾਂ ਆਪਣੇ ਜਿਹੜੇ ਮਾੜੇ ਕਰਮਾਂ ਤੋਂ ਦੂਰ ਹੋ ਜਾਂਦੇ। ਮਾੜੇ ਕਰਮ ਹੁੰਦੇ ਕਦੋਂ ਆ? ਜਦੋਂ ਬੰਦਾ ਇਸ ਹਉਮੈ 'ਚ ਆ ਜਾਂਦਾ ਕਿ ਮੈਂ ਤਗੜਾ। ਇਸੇ ਲਈ ਇਹੀ ਕਾਰਨ ਹੈ ਕਿ ਵੱਡੇ ਤੋਂ ਵੱਡਾ ਬਾਹੂਬਲੀ ਵੀ ਜੋ ਹੈ ਉਹ ਆਪਣੇ ਤੋਂ ਕਮਜ਼ੋਰ ਦੇ ਉੱਤੇ ਹੀ ਅਤਿਆਚਾਰ ਕਰਦਾ। ਆਪਣੇ ਤੋਂ ਵੱਡੇ ਦੇ ਉੱਪਰ ਉਹ ਕਦੀ ਵੀ ਅਤਿਆਚਾਰ ਨਹੀਂ ਕਰਦਾ, ਚਾਹੇ ਉਹ ਜਿੱਡਾ ਮਰਜ਼ੀ ਵੱਡਾ ਬਾਹੂਬਲੀ ਹੋਵੇ। ਚਾਹੇ ਉਹ ਅਗਰ ਕੋਈ ਕਹੇ ਕਿ ਮੈਂ ਸਭ ਤੋਂ ਵੱਧ ਤਾਕਤਵਰ ਹਾਂ, ਅਤੇ ਫਿਰ ਉਹ ਸਭ ਤੋਂ ਵੱਧ ਤਾਕਤਵਰ ਰਹਿਣਾ ਚਾਹੀਦਾ ਨਾ, ਪਰ ਉਹ ਤਾਕਤਵਰ ਜਿਹੜਾ ਹੈ ਉਹ ਹਮੇਸ਼ਾ ਆਪਣੇ ਤੋਂ ਛੋਟਿਆਂ ਵਾਸਤੇ ਤਾਕਤਵਰ ਹੁੰਦਾ, ਆਪਣੇ ਤੋਂ ਵੱਡਿਆਂ ਵਾਸਤੇ ਉਹ ਹਮੇਸ਼ਾ ਹੱਥ ਜੋੜ ਕੇ ਖੜਾ ਹੁੰਦਾ। ਇਸ ਦੇ ਐਗਜ਼ਾਮਪਲਸ ਜਿਹੜੇ ਨੇ ਉਹ ਅਸੀਂ ਆਪਣੀਆਂ ਹੀ ਜਿਹੜੀਆਂ ਇੰਸਟੀਟਿਊਟਸ ਆ ਉਹਨਾਂ ਦੇ ਵਿੱਚ ਹੀ ਦੇਖ ਲਈਏ, ਆਪਣੇ ਆਸ ਪਾਸ ਜੋ ਚੱਲ ਰਿਹਾ। ਸਾਡੀਆਂ ਜਿਹੜੀਆਂ ਸਿੱਖ ਇੰਸਟੀਟਿਊਟਸ ਨੇ, ਮੇਰਾ ਉਹਨਾਂ ਨੂੰ ਭੰਡਣ ਦਾ ਕੋਈ ਇਰਾਦਾ ਨਹੀਂ, ਕਿਉਂਕਿ
ਉਹ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਕੋਈ ਬੈਠ ਗਿਆ ਹੋਊਗਾ, ਘੁਸਪੈਠ ਹੋ ਗਈ ਹੋਊਗੀ, ਗਲਤ ਲੋਕ ਵੜ ਗਏ ਹੋਣਗੇ, ਪਰ ਉਹ ਸੰਸਥਾਵਾਂ ਸਾਡੀਆਂ ਨੇ, ਉਹ ਸੰਸਥਾਵਾਂ ਸਾਡੇ ਵਾਸਤੇ ਨੇ। ਸਾਡੇ ਜਦੋਂ ਅਕਾਲੀ ਦਲ ਪਾਰਟੀ ਬਣੀ ਸੀ ਤਾਂ ਉਹ ਅਕਾਲੀ ਜਿਹੜੇ ਸੀਗੇ, ਜਿਹੜੇ ਵਾਕਈ ਅਕਾਲੀ ਸੀ, ਉਹਨਾਂ ਨੇ ਬੜੀ ਜੱਦੋ-ਜਹਿਦ ਨਾਲ ਬਣਾਈ ਸੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਇਤਿਹਾਸ ਹੈ। ਸੋ ਇਹਨਾਂ ਸੰਸਥਾਵਾਂ ਨੂੰ ਆਪਾਂ ਨਹੀਂ ਭੰਡ ਸਕਦੇ। ਕੋਈ ਸਹੀ ਬੰਦਾ ਜਾਂ ਕੋਈ ਗਲਤ ਬੰਦਾ ਵਿੱਚ ਵੜ ਗਿਆ, ਉਹਦੀ ਗੱਲ ਆਪਾਂ ਕਰ ਸਕਦੇ ਹਾਂ। ਖੈਰ, ਇਹਨੂੰ ਆਪਾਂ ਅਗਰ ਧਿਆਨ ਨਾਲ ਦੇਖੀਏ ਤਾਂ ਜਦੋਂ ਆਮ ਜਿਹੜੇ ਕੋਈ ਵੀ ਕੋਈ ਗਰੀਬ ਜਾਂ ਕੋਈ ਮਾੜਾ ਬੰਦਾ ਕਿਸੇ ਵੀ ਬਾਹੂਬਲੀ ਦੇ ਕੋਲ ਜਾਂਦਾ ਤਾਂ ਉਹ ਉਹਦੇ ਉੱਤੇ ਆਪਣਾ ਰੋਹਬ ਜਮਾਉਂਦਾ, ਸੋਚਦਾ ਕਿ ਮੈਂ ਵੱਡਾ, ਉਹ ਅਹੰਕਾਰ ਦੇ ਵਿੱਚ ਹੁੰਦਾ। ਪਰ ਜਦੋਂ ਉਸ ਹੰਕਾਰੇ ਹੋਏ ਬੰਦੇ ਨੂੰ ਕੋਈ ਵੱਡਾ ਬੰਦਾ ਮਿਲਦਾ ਤਾਂ ਉਹ ਆਪਣੇ ਆਪ ਹੀ ਉਹਦੇ ਹੱਥ ਜੁੜ ਜਾਂਦੇ ਆ। ਸੋ ਉਹ ਜਿਹੜਾ ਹੰਕਾਰ ਹੈ ਨਾ, ਉਹ ਕਨਵੀਨੀਅੰਸ ਦਾ ਹੰਕਾਰ ਹੈ। ਸੋ ਯਾਨੀ ਕਿ ਉਹ ਵੈਰ ਵੀ ਦਿੰਦਾ ਅਤੇ ਭੈ ਵੀ ਦਿੰਦਾ। ਉਹ ਜਿਹੜਾ ਹੰਕਾਰਿਆ ਬੰਦਾ ਉਹ ਭੈ ਵਿੱਚ ਵੀ ਹੈ ਅਤੇ ਵੈਰ ਦੇ ਵਿੱਚ ਵੀ ਹੈ। ਵੈਰ ਕਿਹਦੇ ਨਾਲ ਕੱਢੂਗਾ? ਆਪਣੇ ਤੋਂ ਕਮਜ਼ੋਰ ਦੇ ਨਾਲ। ਔਰ ਭੈ ਕਿਹਦੇ ਤੋਂ ਮੰਨੂਗਾ? ਆਪਣੇ ਤੋਂ ਉੱਪਰ ਵਾਲੇ ਨਾਲ। ਹੁਣ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਸ ਤਰ੍ਹਾਂ ਦੇ ਸਿੱਖ ਦਾ ਕਿਰਦਾਰ, ਜਿਸ ਨੂੰ ਆਪਾਂ ਕਿਰਦਾਰੇ ਖਾਲਸਾ ਕਹਿੰਦੇ ਹਾਂ, ਉਹ ਜਦੋਂ ਗੁਰੂ ਮਹਾਰਾਜ ਦੇ ਘਰ ਦੇ ਵਿੱਚ 300 ਸਾਲ ਸਾਡੀ ਬਕਾਇਦਾ ਜਿਹੜੀ ਹੈ ਉਹ ਅਸੀਂ ਅਗਰ ਆਪਣਾ ਇਤਿਹਾਸ ਦੇਖੀਏ ਪੂਰਾ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਉਹ ਜਿਹੜਾ ਕਿਰਦਾਰ ਸਿਰਜਿਆ ਗਿਆ, ਉਸ ਕਿਰਦਾਰ ਦੇ ਵਿੱਚ ਨਾ ਤਾਂ ਭੈ ਹੈ ਅਤੇ ਨਾ ਵੈਰ ਹੈ। ਭੈ ਦਿੰਦੇ ਵੀ ਨਹੀਂ ਔਰ ਕਿਸੇ ਦਾ ਭੈ ਮੰਨਦੇ ਵੀ ਨਹੀਂ। ਉਹ ਕਿੱਦਾਂ ਹੋ ਗਿਆ? ਕਿਉਂਕਿ ਉਹਨਾਂ ਲੋਕਾਂ ਦੇ ਵਿੱਚ ਪਹਿਲੀ ਗੱਲ ਜਿਹੜੀ ਹੈ, ਉਹਨਾਂ ਨੇ ਸਤਿਗੁਰੂ ਨੂੰ ਮਿਲ ਕੇ ਆਪਣਾ ਆਪ ਗਵਾ ਲਿਆ। ਉਹ ਸਿੱਖਾਂ ਜਿਹੜੀ ਉਹ ਨਿਸ਼ਕਾਮ ਅਵਸਥਾ ਹੈ, ਸਿੱਖ ਦੀ ਨਿਸ਼ਕਾਮ ਅਵਸਥਾ, ਉਸ ਵੱਲ ਨੂੰ ਉਹ ਵੱਧ ਲਏ।